ਚੰਨਾ ਨਾਲ ਬਣ ਆਵੇ। ਆਓ ਸਰਵਣ ਕਰੀਏ ਲੜੀ ਵਾਰ ਗੁਰ ਸ਼ਬਦ ਵਿਚਾਰ। ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਆਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਓ, ਏ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਧਰੂ ਸੁਣੈ, ਜਾਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਾਰ ਸਿਫਤ ਤੁਮਾਰੀ, ਆਪ ਲੈਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਾਰ ਸਿਫਤ ਤੁਮਾਰੀ, ਆਪ ਲੈਹੋ ਤੁਮ ਕਥਾ ਸੁਧਾਰੀ। ਜੈਤ ਸਰੀ ਮਹੱਲਾ ਚੌਥਾ। ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਹਰ ਰਸਿਕ ਰਸਿਕ ਫਲ ਲਾਗੇ ਬਾ। ਮਾਇਆ ਭੁਯੰਗ ਗ੍ਰਸਿਓ ਹੈ ਪ੍ਰਾਣੀ, ਗੁਰ ਬਚਨੀ ਬਿਸ ਹਰ ਕਾਢੇ ਬਾ। ਮੇਰਾ ਮਨ ਰਾਮ ਨਾਮ ਰਸ ਲਾਗਿਬਾ, ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ। ਹਰ ਨਾਮੈ ਹਰ ਰਸ ਚਾਖਿਬਾ ਰਹਾਉ, ਧਨ ਧਨ ਵੱਡ ਭਾਗ ਮਿਲਿਓ ਗੁਰ ਸਾਧੂ। ਮਿਲ ਸਾਧੂ ਲਿਵ ਉਨ ਮਨ ਲਾਗਿਬਾ, ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ। ਹਰ ਨਿਰਮਲ ਨਿਰਮਲ ਗੁਣ ਗਾਇਬਾ, ਤਿਨ ਕੇ ਭਾਗ ਖੀਨ ਤੁਰ ਪਾਏ। ਜਿਨ ਸਤਿਗੁਰ ਦਰਸ਼ਨ ਪਾਏ ਵਾ, ਤੇ ਦੂਜੈ ਪਾਏ ਪਵਹਿ ਗਰਭ ਜੋਨੀ। ਸਭ ਬਿਰਥਾ ਜਨਮ ਤਿਨ ਜਾਇਬਾ, ਹਰ ਦੇਹੁ ਬਿਮਲ ਮਤ
ਗੁਰ ਸਾਧ ਪਗ ਸੇਵਹਿ, ਹਮ ਹਰ ਮੀਠ ਲਗਾਏ ਬਾ। ਜਨ ਨਾਨਕ ਰੇਣ ਸਾਧ ਪਗ ਮੰਗੈ, ਹਰ ਹੋਏ ਦਇਆਲ ਦਿਵਾਏ ਬਾ। ਜਨ ਨਾਨਕ ਰੇਣ ਸਾਧ ਪਗ ਮੰਗੈ, ਹਰ ਹੋਏ ਦਇਆਲ ਦਿਵਾਏ ਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 697 ਤੇ ਸੁਸ਼ੋਭਿਤ ਹੈ। ਜੈਤਸਰੀ ਮਹੱਲਾ ਚੌਥਾ। ਜੈਤਸਰੀ ਰਾਗ ਹੈ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਾਣੀ ਉਚਾਰਨ ਕੀਤੀ ਹੈ। ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਗੁਰੂ ਵਰਗਾ ਸੱਜਣ ਨਹੀਂ ਹੋ ਸਕਦਾ, ਗੁਰੂ ਵਰਗਾ ਕੋਈ ਮਿੱਤਰ ਹੋ ਸਕਦਾ ਨਹੀਂ। ਗੁਰੂ ਸਭ ਤੋਂ ਵੱਡਾ ਮਿੱਤਰ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਮੈਨੂੰ ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੱਤ ਦਾ ਗਿਆਨ ਕਰਾਇਆ, ਕਿਉਂਕਿ ਜਦੋਂ ਤੋਂ ਮੈਂ ਇਹਨਾਂ ਨੂੰ ਪ੍ਰਾਪਤ ਕੀਤਾ ਤੇ ਮੇਰੇ ਵੱਡੇ ਭਾਗ ਹੋਵੇ। ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਮੇਰੇ ਵੱਡੇ ਭਾਗ, ਵੱਡੇ ਸੱਜਣ ਦੇ ਨਾਲ ਮੇਲ ਹੋਇਆ, ਵੱਡੇ ਪੁਰਖ ਦੇ ਨਾਲ ਮੇਲ ਹੋਇਆ ਮੇਰਾ। ਅਤੇ ਉਹਨਾਂ ਪਾਸੋਂ ਜਦੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ, ਸੱਤ ਦਾ ਗਿਆਨ ਪ੍ਰਾਪਤ ਕੀਤਾ, ਫਿਰ ਹਰ ਰਸਿਕ ਰਸਿਕ ਫਲ ਲਾਗੇ ਵਾ। ਫਿਰ ਜਿਹੜਾ ਬ੍ਰਹਮ ਗਿਆਨ ਦਾ ਫਲ ਹੈ, ਰਸ ਦੇ ਨਾਲ ਭਰਿਆ ਹੋਇਆ, ਉਹ ਲੱਗਿਆ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਹੜਾ ਗੁਰੂ ਨੂੰ ਪਾ ਲੈਂਦਾ ਉਹਨੂੰ ਫਿਰ ਇਹ ਆਨੰਦ ਆਉਂਦਾ ਹੈ। ਜਦੋਂ ਬਾਣੀ ਪੜ੍ਹਦਾ ਉਦੋਂ ਵੀ ਰਸ ਆਉਂਦਾ ਹੈ, ਬਾਣੀ ਸੁਣਦਾ ਉਦੋਂ ਵੀ ਰਸ ਆਉਂਦਾ ਹੈ, ਚਾਹੇ ਕਥਾ ਆ ਜਾਂ ਕੀਰਤਨ ਹੈ, ਉਹਨੂੰ ਰਸ ਆਉਂਦਾ ਹੈ। ਇਹ ਫਲ ਲੱਗ ਗਿਆ, ਰਸਿਆ ਹੋਇਆ। ਰਸ ਰਸਿਆ ਹਰਿਆ ਸਦਾ, ਹਰ ਵਕਤ ਰਸ ਦੇ ਨਾਲ ਭਰਿਆ ਰਹਿੰਦਾ, ਹਰਿਆ ਭਰਿਆ ਪੱਕਾ ਕਰਮ ਧਿਆਨ। ਜਿਉਂ ਜਿਉਂ ਇਹ ਧਿਆਨ ਵਿੱਚ ਮਗਨ ਹੁੰਦਾ, ਤਿਉਂ ਤਿਉਂ ਇਹ ਪੱਕਦਾ। ਬ੍ਰਹਮ ਗਿਆਨ ਦੇ ਵਿੱਚ ਜਿਉਂ ਜਿਉਂ ਧਿਆਨ ਗੱਡ ਹੁੰਦਾ, ਤਿਉਂ ਤਿਉਂ ਇਹ ਪੱਕਦਾ, ਤਿਉਂ ਤਿਉਂ ਪੱਕਦਾ। ਇਸ ਕਰਕੇ ਗੁਰੂ ਦੇ ਪਿਆਰੇ ਧਿਆਨ ਦੇ ਨਾਲ ਬਾਣੀ ਪੜ੍ਹਦੇ ਸੁਣਦੇ ਅਤੇ ਵਿਚਾਰਦੇ ਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਮਾਇਆ ਭਯੰਗ ਗ੍ਰਸਿਓ ਹੈ ਪ੍ਰਾਣੀ, ਇਸ ਜੀਵ ਨੂੰ ਮਾਇਆ ਸਰਪਣੀ ਨੇ ਨਿਗਲਿਆ ਹੋਇਆ। ਮਾਇਆ ਨੇ ਇਸ ਜੀਵ ਨੂੰ ਨਿਗਲ ਲਿਆ। ਕਹਿੰਦੇ ਗੁਰ ਬਚਨੀ ਵਿਸ਼ਵ ਹਰ
ਕਾਢੇ ਬਾ। ਤਿਸ ਜੀਵ ਨੂੰ ਮਾਇਆ ਸਰਪਣੀ ਦਾ ਜ਼ਹਿਰ ਚੜ ਗਿਆ। ਜਿਹੜੇ ਤਾਂ ਗੁਰੂ ਦੇ ਚਰਨਾਂ ਵਿੱਚ ਆ ਗਏ, ਗੁਰੂ ਦੇ ਬਚਨਾਂ ਨੂੰ ਪੜ੍ਹਿਆ ਸੁਣਿਆ ਮੰਨਿਆ, ਉਹਨਾਂ ਦਾ ਜ਼ਹਿਰ ਨਿਕਲ ਗਿਆ। ਗੁਰੂ ਦੇ ਬਚਨ ਹੀ ਹਨ ਜਿਹੜੇ ਇਸ ਮਾਇਆ ਦੀ ਸਰਪਣੀ ਦਾ ਜ਼ਹਿਰ ਕੱਢ ਸਕਦੇ ਨੇ। ਨਹੀਂ ਤਾਂ ਮਾਇਆ ਦੀ ਸਰਪਣੀ ਨੇ ਐਸਾ ਡੰਗ ਮਾਰਿਆ ਕਿ ਅੰਦਰੋਂ ਮਾਰ ਦਿੱਤੇ ਨੇ ਸਾਰੇ। ਅਧਿਆਤਮਿਕ ਮੌਤੇ ਮਰ ਜਾਂਦੇ ਨੇ ਜਿਹੜੇ ਮਾਇਆ ਰੂਪ ਸਰਪਣੀ ਦੇ ਡੰਗੇ ਹੋਏ ਹੁੰਦੇ ਨੇ। ਮਾਇਆ ਰੂਪ ਸਰਪਣੀ ਦਾ ਡੰਗਿਆ ਹੋਇਆ ਜੀਵ ਜਦੋਂ ਗੁਰੂ ਚਰਨਾਂ ਵਿੱਚ ਆਉਂਦਾ ਹੈ ਅਤੇ ਸਤਿਗੁਰੂ ਜੀ ਦੇ ਬਚਨਾਂ ਦੀ ਰਹਿਮਤ ਦੇ ਨਾਲ, ਕਿਰਪਾ ਦੇ ਨਾਲ ਉਹ ਜਿਹੜਾ ਜ਼ਹਿਰ ਸੀ ਉਹ ਉਤਰ ਜਾਂਦਾ ਹੈ। ਕੱਲ੍ਹ ਤਿੱਕਰ ਬਾਣੀ ਪੜ੍ਹਨ ਨੂੰ ਚਿੱਤ ਨਹੀਂ ਸੀ ਕਰਦਾ, ਵਿਕਾਰਾਂ ਵਾਲੇ ਪਾਸੇ ਮਨ ਉਛਲ ਕੇ ਜਾਂਦਾ ਸੀ। ਹੁਣ ਇਹ ਸਾਰੇ ਦੁਨਿਆਵੀ ਰਸ ਫਿੱਕੇ ਲੱਗਣ ਲੱਗ ਪੈਂਦੇ ਨੇ। ਬਾਣੀ ਦਾ ਰਸ ਮਿੱਠਾ ਲੱਗਦਾ, ਕਿਉਂਕਿ ਪੂਰੇ ਸਤਿਗੁਰਾਂ ਨੇ ਜ਼ਹਿਰ ਜਿਹੜਾ ਸੀ ਮਾਇਆ ਦਾ ਉਹ ਕੱਢ ਦਿੱਤਾ। ਮੇਰਾ ਮਨ ਰਾਮ ਨਾਮ ਰਸ ਲਾਗੇ ਵਾ। ਸਤਿਗੁਰੂ ਜੀ ਕਹਿੰਦੇ ਮੇਰਾ ਜਿਹੜਾ ਮਨ ਹੈ ਉਹ ਪਰਮਾਤਮਾ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਲੈਣ ਵਿੱਚ ਹਰ ਵਕਤ ਲੱਗਾ ਰਹਿੰਦਾ। ਜਿਸ ਦੇ ਅੰਦਰੋਂ ਸਤਿਗੁਰੂ ਜੀ ਮਾਇਆ ਦਾ ਜ਼ਹਿਰ ਕੱਢ ਦਿੰਦੇ ਨੇ, ਉਹਦਾ ਫਿਰ ਮਨ ਹਰ ਵਕਤ ਗੁਰਬਾਣੀ ਦਾ ਰਸ ਲੈਣ ਨੂੰ ਕਰਦਾ ਹੈ। ਫਿਰ ਮੈਂ ਬਾਣੀ ਪੜ੍ਹਾ ਸੁਣਾ, ਗੁਰਬਾਣੀ ਤੋਂ ਬਿਨਾਂ ਰਹਿ ਨਹੀਂ ਸਕਦਾ। ਗੁਰਬਾਣੀ ਦਾ ਰਸ ਆਉਂਦਾ ਹੀ ਇਹਨੂੰ, ਜਿਸ ਦਾ ਮਾਇਆ ਦਾ ਜ਼ਹਿਰ ਨਿਕਲ ਜਾਂਦਾ ਹੈ। ਜਿੰਨਾ ਚਿਰ ਮਾਇਆ ਦਾ ਜ਼ਹਿਰ ਹੈ ਉਹਨਾਂ ਚਿਰ ਗੁਰਬਾਣੀ ਦਾ ਰਸ ਨਹੀਂ ਆ ਸਕਦਾ। ਕਹਿੰਦੇ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ, ਹਰ ਨਾਮੈ ਹਰ ਰਸ ਚਾਖੇ ਬਾ। ਜਿਹੜਾ ਸਾਧ ਗੁਰ ਆ ਨਾ, ਸਾਧ ਗੁਰ ਇਹ ਡਿੱਗਿਆ ਹੋਇਆਂ ਨੂੰ, ਪਤਿਤਾਂ ਨੂੰ ਪਵਿੱਤਰ ਕਰ ਦਿੰਦਾ ਹੈ। ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ। ਜਿਹੜਾ ਪੂਰਨ ਗੁਰੂ ਦੇ ਨਾਲ ਜਗਿਆਸੂ ਆਣ ਕੇ ਮਿਲ ਜਾਂਦਾ, ਹਰੀ ਪਰਮਾਤਮਾ ਪਰਮੇਸ਼ਰ ਉਸ ਡਿੱਗੇ ਹੋਏ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਵਿਕਾਰਾਂ ਵਿੱਚ ਡਿੱਗੇ ਹੋਏ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਹਰ ਨਾਮ ਹਰ ਰਸ ਚਾਖੇ ਬਾ। ਸੋ ਹੁਣ ਉਹ ਕੇਵਲ ਤੇ ਕੇਵਲ ਨਾਮ ਦੇ ਰਸ ਨੂੰ ਚਖਦਾ, ਨਾਮ ਦੇ ਰਸ ਨੂੰ ਹੀ ਚਖਦਾ, ਚੰਗਾ ਲੱਗਦਾ ਹੈ। ਮਨ ਹੁਣ ਨਾਮ ਦਾ ਰਸ ਹੀ ਚਖਦਾ ਹੈ, ਬਾਕੀ ਹੋਰ ਦੁਨੀਆ ਦੇ ਸਾਰੇ ਰਸ ਉਹ ਛੱਡ ਦਿੰਦਾ। ਰਹਾਉ ਧੰਨ ਧੰਨ ਵਡਭਾਗ ਮਿਲਿਓ ਗੁਰ ਸਾਧੂ। ਉਹਨਾਂ ਦੇ ਬਹੁਤ ਵੱਡੇ ਭਾਗ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਸਾਧੂ ਮਿਲਦਾ, ਜਿਨ੍ਹਾਂ ਨੂੰ ਗੁਰੂ ਸਾਧੂ ਮਿਲਦਾ। ਪਰ ਜੇ ਉਹ ਸਾਧ ਜਿਹਦੇ ਕੋਲ ਗੁਰਬਾਣੀ ਦਾ ਗਿਆਨ ਹੈ, ਜਿਹਦੇ ਕੋਲ ਗੁਰਬਾਣੀ ਦਾ ਗਿਆਨ ਨਹੀਂ, ਉਹ ਵੀ ਬੜੇ ਬੜੇ ਸਾਧ ਨੇ, ਹੋਰ ਪਤਾ ਨਹੀਂ ਕਿੰਨੇ ਕੁ ਮੱਤਾਂ ਵਾਲੇ ਸਾਧ ਨੇ, ਪਰ ਉਹਨਾਂ ਦੀ ਗੱਲ ਨਹੀਂ ਕੀਤੀ। ਗੁਰ ਸਾਧੂ, ਹਾਂਜੀ, ਜਿਨ੍ਹਾਂ ਨੂੰ ਗੁਰੂ ਨੇ ਸਾਧ ਬਣਾ ਦਿੱਤਾ, ਜਿਨ੍ਹਾਂ ਦੇ ਕੋਲ ਗੁਰਬਾਣੀ ਦਾ ਗਿਆਨ ਹੈ, ਜਿਨ੍ਹਾਂ ਨੇ ਗੁਰਬਾਣੀ ਦੇ ਗਿਆਨ ਦੁਆਰਾ ਆਪਣੇ ਆਪ ਨੂੰ ਸਾਧ ਲਿਆ, ਸੋ ਉਹਨਾਂ ਦੀ ਗੱਲ ਹੈ। ਸੋ ਜਦੋਂ ਗੁਰ ਸਾਧੂ ਦੇ ਨਾਲ ਮੇਲ ਹੋਇਆ, ਮਿਲ ਸਾਧੂ, ਪੂਰਨ ਗੁਰੂ ਦੇ ਨਾਲ ਮਿਲ ਕਰਕੇ ਲਿਵ ਉਨ ਮਨ ਲਾਗੇ ਵਾ। ਲਿਵ ਲੱਗਣੀ ਸ਼ੁਰੂ ਹੋ ਗਈ। ਉਨ ਮਨ ਹੁੰਦਾ ਬਹੁਤ ਉੱਚੀ ਆਤਮਿਕ ਅਵਸਥਾ, ਉੱਚੀ ਲਿਵ ਤਾਂ ਸੋ ਬੜੇ ਨੇ ਬੰਦੇ ਜਿਨ੍ਹਾਂ ਦੀ ਲਿਵ ਦੁਨਿਆਵੀ ਪਦਾਰਥਾਂ ਦੇ ਵਿੱਚ ਬੜੀ ਲੱਗਦੀ, ਇੱਕਦਮ ਧਿਆਨ ਜੁੜ ਜਾਂਦਾ। ਪਰ ਉਨਮਨੀ ਲਿਵ ਜਿਹੜੀ ਹੈ, ਸੋ ਇੱਥੇ ਦੋ ਸ਼ਬਦ ਵਰਤੇ ਨੇ, ਇੱਕ ਲਿਵ, ਇੱਕ ਉਨਮਨ। ਉਨਮਨ, ਸੋ ਉਨਮਨੀ ਲਿਵ ਭਾਵ ਉੱਚੀ ਆਤਮਿਕ ਅਵਸਥਾ, ਉਹਦੇ ਵਿੱਚ ਵਿਸ਼ ਦੀ ਸਿਰਤ ਜੁੜਨੀ ਸ਼ੁਰੂ ਹੋਈ ਜਦੋਂ ਪੂਰੇ ਗੁਰੂ ਦੇ ਨਾਲ ਮੇਲ ਹੋ ਗਿਆ ਅਤੇ ਪੂਰੇ ਗੁਰੂ ਨੇ ਇਸ ਨੂੰ ਗੁਰਬਾਣੀ ਦਾ ਰਸ ਦਿੱਤਾ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਇਹ ਮਨ ਲੈ ਜੋ ਉਨਮਨ ਰਹੇ। ਜਦੋਂ ਇਹ ਮਨ ਗਿਆਨ ਲੈਂਦਾ ਅਤੇ ਉਨਮਨੀ ਅਵਸਥਾ ਵਿੱਚ ਚਲੇ ਜਾਂਦਾ ਹੈ, ਉੱਚੀ ਆਤਮਿਕ ਅਵਸਥਾ। ਤੀਨ ਲੋਕ ਕੀ ਬਾਤੇਂ ਕਹੇ
ਤਿੰਨਾਂ ਲੋਕਾਂ ਦੀਆਂ ਗੱਲਾਂ ਕਰਦਾ ਹੈ, ਤਿੰਨਾਂ ਲੋਕਾਂ ਦਾ ਇਸ ਨੂੰ ਗਿਆਨ ਹੋ ਜਾਂਦਾ ਹੈ। ਉਨਮਨੀ ਅਵਸਥਾ ਤਿੰਨਾਂ ਲੋਕਾਂ ਦੀ ਸੋਝੀ ਦਿੰਦੀ ਹੈ। ਗੁਰਬਾਣੀ ਦੇ ਗਿਆਨ ਤੋਂ ਬਿਨਾਂ ਉਨਮਨੀ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੋ ਸਕਦੀ ਹੈ। ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ, ਹਰ ਨਿਰਮਲ ਨਿਰਮਲ ਗੁਣ ਗਾਇਬਾ। ਸੋ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣਨਾ, ਗੁਰਬਾਣੀ ਨੂੰ ਗਾਉਣਾ। ਹਾਂਜੀ, ਜਦੋਂ ਗੁਰਬਾਣੀ ਨੂੰ ਤਨੋਂ ਮਨੋਂ ਇਹ ਗਾਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫੇਰ ਹੁੰਦਾ ਕੀ, ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਅਗਨ ਲਟਾ ਲਟ ਅੰਦਰ ਬਲਦੀ ਪਈ ਸੀ ਉਹ ਬੁਝ ਗਈ। ਤੇ ਤ੍ਰਿਸ਼ਨਾ ਦੀ ਅੱਗ ਬਿਰਲਿਆਂ ਦੀ ਬੁਝਦੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਰਹੇ, ਸਾਰਿਆਂ ਦੀ ਨਹੀਂ ਬੁਝਦੀ ਹੈ। ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਿਹੜਾ ਸੜਿਆ ਹੁੰਦਾ ਆਪ ਵੀ ਸੜਦਾ, ਦੂਜਿਆਂ ਨੂੰ ਵੀ ਸੜਦਾ। ਤ੍ਰਿਸ਼ਨਾ ਦੀ ਅੱਗ ਬੜੀ ਭਿਆਨਕ ਅੱਗ ਹੈ। ਤ੍ਰਿਸ਼ਨਾ ਦੀ ਭੁੱਖ ਬੜੀ ਭਿਆਨਕ ਭੁੱਖ, ਅੱਗ ਨੂੰ ਹੀ ਭੁੱਖ ਆਖਿਆ ਹੋਇਆ। ਜਿਹੜੀ ਤ੍ਰਿਸ਼ਨਾ ਦਾ ਭੁੱਖਾ ਜਿਹੜਾ ਹੁੰਦਾ ਰੱਜਦਾ ਨਹੀਂ ਹੈ। ਉਹਦੇ ਬਾਅਦ ਮਹਾਰਾਜ ਨੇ ਕਹਿਤਾ ਬੰਨਾਂ ਪੁਰੀਆਂ ਪਾਰ, ਭਾਵੇਂ ਪੁਰੀਆਂ ਦੇ ਪਦਾਰਥ ਬੰਨ ਬੰਨ ਕੇ ਉਹਨੂੰ ਦੇ ਦਿਓ, ਜਿਹਦੇ ਅੰਦਰ ਤ੍ਰਿਸ਼ਨਾ ਦੀ ਭੁੱਖ ਹੈ ਉਹ ਕਦੀ ਰੱਜ ਨਹੀਂ ਸਕਦਾ। ਸੋ ਇਹ ਤ੍ਰਿਸ਼ਨਾ ਵਾਲਾ ਰੱਜਦਾ ਕਦੋਂ ਹੈ? ਕਹਿੰਦੇ ਉਦੋਂ ਰੱਜਦਾ ਜਦੋਂ ਇਹਦੀ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਤ੍ਰਿਸ਼ਨਾ ਦੀ ਅੱਗ ਬੁਝਦੀ ਜਦੋਂ ਸੰਤੋਖ ਪ੍ਰਾਪਤ ਹੁੰਦਾ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੋ ਜਦੋਂ ਸੰਤੋਖ ਹੁੰਦਾ ਫੇਰ ਇਹ ਰੱਜਦਾ, ਫਿਰ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਸੰਤੋਖ ਉਦੋਂ ਮਿਲਦਾ ਜਦੋਂ ਨਾਮ ਜਲ ਪੀਂਦਾ। ਜਦੋਂ ਨਾਮ ਜਲ ਪੀਂਦਾ ਉਦੋਂ ਸੰਤੋਖ ਨੂੰ ਪ੍ਰਾਪਤ ਹੁੰਦਾ ਹੈ। ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ, ਹਰ ਨਿਰਮਲ ਨਿਰਮਲ ਗੁਣ ਗਾਇਬਾ। ਹਰ ਨਿਰਮਲ, ਬਾਣੀ ਉਹਦੀ ਨਿਰਮਲ ਹੈ। ਅਤੇ ਜਿਹੜਾ ਉਹਦੀ ਬਾਣੀ ਨੂੰ ਪੜ੍ਹਦਾ ਸੁਣਦਾ ਵਿਚਾਰਦਾ ਉਹ ਵੀ ਨਿਰਮਲ ਹੋ ਜਾਂਦਾ ਹੈ। ਅਤੇ ਨਿਰਮਲਤਾਈ ਦੇ ਵਿੱਚ ਉਸਦੇ ਗੁਣਾਂ ਦਾ ਉਚਾਰਨ ਕਰਦਾ ਹੈ। ਮਾਇਆ ਦੀ ਮੈਲ ਨੂੰ ਨੇੜੇ ਤੱਕ ਨਹੀਂ ਆਉਣ ਦਿੰਦਾ। ਮਾਇਆ ਦੀ ਜਿਹੜੀ ਮੈਲ ਦੀ ਛੋਹ ਹੈ ਉਹ ਵੀ ਉਸ ਨੂੰ ਨਹੀਂ ਲੱਗਦੀ ਹੈ। ਭਾਵ ਨਿਰਵਾਣ ਅਵਸਥਾ ਵਿੱਚ ਚਲੇ ਜਾਂਦਾ। ਦੁਨਿਆਵੀ ਪਦਾਰਥਾਂ ਦੀ ਡਿਮਾਂਡ ਹੀ ਖਤਮ ਹੈ। ਨਿਰਵਾਣ ਅਵਸਥਾ ਵਿੱਚ ਪਹੁੰਚ ਜਾਂਦਾ, ਫਿਰ ਉਹਦੇ ਗੁਣ ਗਾਉਂਦਾ ਹੈ। ਤਿਨ ਕੇ ਭਾਗ ਖੀਨ ਤੁਰ ਪਾਏ, ਜਿਨ ਸਤਿਗੁਰ ਦਰਸ ਨਾ ਪਾਏ ਬਾ। ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਪੂਰੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਪ੍ਰਾਪਤ ਹੁੰਦੇ ਨੇ। ਹਰ ਦਰਸ਼ਨ ਪਾਵੈ ਵਡ ਭਾਗ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੇ 68 ਮੱਜਨ ਹੋਏ। 68 ਤੀਰਥਾਂ ਦਾ ਮੱਜਨ ਹੈ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਹੀ। ਹੁਣ ਜਿਹੜੇ ਕਲਯੁਗ ਦੇ ਅਵਤਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ, ਕਲਯੁਗ ਦੇ ਅਵਤਾਰ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ, ਸੋ ਜਿਹੜੇ ਸ਼ਬਦ ਗੁਰੂ ਦੇ ਦਰਸ਼ਨ ਦੀਦਾਰ ਨਹੀਂ ਕਰ ਸਕਦੇ, ਕਹਿੰਦੇ ਤਿਨ ਕੇ ਭਾਗ ਖੀਨ ਤੁਰ ਪਾਏ। ਇਹਦਾ ਮਤਲਬ ਧੁਰ ਤੋਂ ਹੀ ਉਹਨਾਂ ਦੇ ਭਾਗ ਕਮਜ਼ੋਰ ਨੇ। ਜਿਹਨੇ ਕਹਿੰਦੇ ਮਾੜੇ ਭਾਗ, ਇੱਥੇ ਖੀਨ ਭਾਗ ਕਹਿ ਦਿੱਤਾ। ਮਾੜੇ ਭਾਗ, ਜਦੋਂ ਮਾੜੇ ਭਾਗ ਹੁੰਦੇ ਨੇ ਨਾ ਉਸ ਵੇਲੇ ਇੱਦਾਂ ਹੁੰਦਾ ਵੀ ਜਿਹੜੇ ਸੱਜਣ ਹੁੰਦੇ ਨੇ ਉਹ ਵੀ ਵੈਰੀ ਬਣ ਜਾਂਦੇ ਨੇ, ਆਪਣੇ ਬੇਗਾਨੇ ਬਣ ਜਾਂਦੇ ਨੇ ਜਦੋਂ ਮਾੜੇ ਭਾਗ ਆ ਜਾਂਦੇ ਨੇ। ਬਾਣੀ ਕਹਿੰਦੀ ਹੈ ਮਾੜੇ ਭਾਗਾਂ ਵਾਲਾ ਜਦੋਂ ਸੋਨੇ ਨੂੰ ਹੱਥ ਪਾਉਂਦਾ ਹੈ ਨਾ ਉਹ ਵੀ ਮਿੱਟੀ ਹੋ ਜਾਂਦਾ। ਸੋਨੇ ਨੂੰ ਹੱਥ ਪਾਏ ਤਾਂ ਖੇਹੂ ਛੇਤੀ ਰਲ ਗਿਆ। ਜਦੋਂ ਮਾੜੇ ਭਾਗ ਅੱਗੇ ਆ ਗਏ, ਇਹ ਕਰਦਾ ਚੰਗੇ ਨੂੰ ਹੁੰਦਾ ਬੁਰਾ। ਸੋ ਆਲਾ ਦੁਆਲਾ ਸਭ ਕੁਝ ਇਸ ਦਾ ਵੈਰੀ ਬਣ ਜਾਂਦਾ। ਉਦੋਂ ਸਮਝ ਲਓ ਖੀਨ ਭਾਗ ਹੈ, ਮਾੜੇ ਭਾਗ ਹੈ। ਇਹ ਜਿਹੜੇ ਮਾੜੇ ਭਾਗ ਚੰਗੇ ਕਿੱਦਾਂ ਹੁੰਦੇ ਨੇ? ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਦੇ ਨਾਲ ਹੀ ਜਿਹੜੇ ਮਾੜੇ ਭਾਗ ਨੇ ਚੰਗੇ ਹੋ ਜਾਂਦੇ ਨੇ। ਉਹ ਵਡਭਾਗ, ਉੱਥੇ ਮਹਾਰਾਜ ਨੇ ਸ਼ਬਦ ਵਰਤਿਆ ਵਡਭਾਗ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਜਦੋਂ ਮਾੜੇ ਭਾਗ ਹੁੰਦੇ ਨੇ ਮਾੜੀ ਮੱਤ ਆਣ ਕੇ ਕਬਜ਼ਾ ਕਰ ਲੈਂਦੀ ਹੈ। ਜਦੋਂ ਚੰਗੇ ਭਾਗ ਬਣਦੇ ਨੇ ਤੇ ਮਾੜੀ ਮੱਤ ਦਾ ਨਾਸ਼ ਹੋ ਜਾਂਦਾ ਤੇ ਚੰਗੀ ਮੱਤ ਇਹਨੂੰ ਪ੍ਰਾਪਤ ਹੋ ਜਾਂਦੀ ਹੈ। ਜਿਹੜੀ ਗੁਰੂ ਦੀ ਮੱਤ ਹੈ ਉਹ ਚੰਗੀ ਮੱਤ ਹੈ, ਜਿਹੜੀ ਮਨ ਦੀ ਮੱਤ ਹੈ ਉਹ ਮਾੜੀ ਮੱਤ ਹੁੰਦੀ ਹੈ। ਖੋਟੀ ਮੱਤ ਹੁੰਦੀ ਉਹਨੂੰ ਦੁਰਮਤ ਕਿਹਾ ਜਾਂਦਾ, ਹੁਰਮਤ ਕਿਹਾ ਜਾਂਦਾ। ਸੋ ਦੁਰਮਤ ਜਿਹੜੀ ਉਹ ਨਸ਼ਟ ਹੋ ਜਾਂਦੀ ਹੈ।
ਜਦੋਂ ਚੰਗੇ ਭਾਗ ਆ ਜਾਂਦੇ ਨੇ। ਚੰਗੇ ਭਾਗ ਬਣਨੇ ਉਦੋਂ ਨੇ ਜਦੋਂ ਗੁਰੂ ਦੇ ਦਰਸ਼ਨ ਕਰਨੇ ਨੇ, ਜਦੋਂ ਸਾਧ ਸੰਗਤ ਵਿੱਚ ਆਉਣਾ, ਉਦੋਂ ਚੰਗੇ ਭਾਗ ਆਪਣੇ ਆਪ ਬਣ ਜਾਂਦੇ ਨੇ। ਸੋ ਜਿਵੇਂ ਇੱਕ ਫਕੀਰ ਗੁਰੂ ਕਲਗੀਧਰ ਮਹਾਰਾਜ ਦੇ ਦਰਬਾਰ 'ਚ ਆਉਂਦਾ ਹੈ, ਬਹਿ ਗਿਆ ਅਤੇ ਸੰਗਤਾਂ ਮੱਥਾ ਟੇਕ ਰਹੀਆਂ ਸਨ, ਆਪਣੀਆਂ ਪਿਟਾਵਾਂ ਅੱਗੇ ਰੱਖਦੀਆਂ ਸੀ। ਜੇ ਤਾਂ ਕੋਈ ਬੋਲ ਕੇ ਅਰਦਾਸ ਬੇਨਤੀ ਕਰਦਾ ਹੈ ਅਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਬਾਣੀ ਪੜ੍ਹਿਆ ਕਰੋ, ਠੀਕ ਹੋ ਜਾਊਗਾ, ਮਿਲ ਜਾਊਗਾ, ਚੰਗਾ ਹੋ ਜੂ। ਜਿਹੜਾ ਕਈਆਂ ਦਾ ਯਕੀਨ ਹੀ ਐਸਾ ਹੁੰਦਾ, ਕਹਿੰਦੇ ਬਿਨ ਬੋਲਿਆ ਸਭ ਕੁਝ ਜਾਣਦਾ। ਸੋ ਬਸ ਮੱਥਾ ਟੇਕਿਆ, ਪਿੱਛੇ ਹੋ ਗਏ। ਜਿਹੜੇ ਬੋਲਦੇ ਸੀ ਉਹਨਾਂ ਨੂੰ ਮਹਾਰਾਜ ਇੱਦਾਂ ਕਹੀ ਜਾਂਦੇ ਸੀ। ਉਹ ਬੜਾ ਚਿਰ ਦੇਖਦਾ ਰਿਹਾ। ਜਦੋਂ ਸੰਗਤ ਘਟੀ ਅਤੇ ਮਹਾਰਾਜ ਨੂੰ ਕਹਿੰਦਾ ਵੀ ਤੁਸੀਂ ਕਿਉਂ ਜਿਹੜੀਆਂ ਆਈਆਂ ਹੋਈਆਂ ਸੰਗਤਾਂ ਨੂੰ ਝੂਠੀ ਤਸੱਲੀ ਦਿਵਾਉਂਦੇ ਹੋ, ਕਿਉਂਕਿ ਜੋ ਬੰਦੇ ਦੇ ਕਰਮ ਹੁੰਦੇ ਨੇ ਉਹ ਭੋਗਣੇ ਪੈਂਦੇ ਆ। ਤੁਹਾਡੇ ਕਹਿਣ ਨਾਲ ਕਿੱਦਾਂ ਮਾੜੇ ਕਰਮ ਠੀਕ ਹੋ ਜਾਂਦੇ ਨੇ? ਹਰੇਕ ਨੂੰ ਹੀ ਕਹੀ ਜਾਂਦੇ, ਤੁਸੀਂ ਹਰੇਕ ਨੂੰ ਹੀ ਕਹੀ ਜਾਂਦੇ ਆ ਵੀ ਹਾਂ ਮਿਲ ਜਾਊ, ਠੀਕ ਹੋ ਜਾਊ, ਸਭ ਠੀਕ ਹੋਵੇਗਾ। ਉੱਥੇ ਮਹਾਰਾਜ ਨੇ ਦਰਸ਼ਨਾਂ ਦੀ ਅਹਿਮੀਅਤ ਦੱਸੀ ਉਹਨੂੰ, ਦਰਸ਼ਨਾਂ ਦੀ ਮੋਹਰ ਲਈ, ਮੋਹਰ ਲੈ ਕੇ ਮਹਾਰਾਜ ਕਹਿੰਦੇ ਇਹਦੇ ਅੱਖਰ ਪੜ੍ਹ। ਕਹਿੰਦਾ ਜੀ ਇਹਦੇ ਅੱਖਰ ਕਿੱਦਾਂ ਪੜ੍ਹ ਹੋਣੇ ਨੇ? ਮਹਾਰਾਜ ਨੇ ਕਾਗਜ਼ 'ਤੇ ਮੋਹਰ ਲਾ ਦਿੱਤੀ, ਕਹਿੰਦੇ ਹੁਣ ਪੜ੍ਹ। ਕਹਿੰਦੇ ਹੁਣ ਪੜ੍ਹ ਹੁੰਦੇ ਆ। ਮਹਾਰਾਜ ਕਹਿੰਦੇ ਜਦੋਂ ਮੱਥਾ ਗੁਰੂ ਚਰਨਾਂ ਵਿੱਚ ਲੱਗਦਾ, ਇਹਦੇ ਜਿਹੜੇ ਪੁੱਠੇ ਲੇਖ ਹੁੰਦੇ ਨੇ ਸਿੱਧੇ ਹੋ ਜਾਂਦੇ ਨੇ। ਇਹਦੇ ਨਾਲ ਦਰਸ਼ਨ ਕਰਨ ਦੇ ਨਾਲ ਹੀ ਇਹਦੇ ਮਾੜੇ ਭਾਗ ਉਹ ਚੰਗੇ ਹੋ ਜਾਂਦੇ। ਪਾਤਸ਼ਾਹ ਕਹਿੰਦੇ ਹੈਰਾਨ ਹੋ ਗਿਆ ਸੀ ਪੀਰ ਇੰਨੀ ਗੱਲ ਸੁਣ ਕੇ ਵੀ ਗੁਰੂ ਏਡੀ ਸਮਰੱਥਾ ਦਾ ਮਾਲਕ ਹੁੰਦਾ ਹੈ। ਸੋ ਖੀਨ ਭਾਗ ਤਾਂ ਉਹਨਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨ ਦੀਦਾਰ ਨਹੀਂ ਨਸੀਬ ਹੁੰਦੇ। ਅਤੇ ਖੀਨ ਭਾਗ ਜਿਹੜੇ ਮਾੜੇ ਭਾਗ ਜਿਹੜੇ ਆਉਂਦੇ ਨੇ, ਫਿਰ ਸਭ ਕੁਝ ਮਾੜਾ ਹੀ ਮਾੜਾ, ਮਾੜਾ ਹੀ ਮਾੜਾ ਹੋਈ ਜਾਂਦਾ। ਕਹਿੰਦੇ ਇਹਨੇ ਚੰਗੇ ਭਾਗ ਕਰਨੇ ਅਤੇ ਗੁਰੂ ਦੇ ਦਰਸ਼ਨ ਕਰੀਏ। ਫਿਰ ਕੁਝ ਸਮਾਂ, ਚੰਗਾ ਸਮਾਂ ਉਡੀਕਣ ਦੀ ਲੋੜ ਨਹੀਂ ਹੈ, ਕਿਉਂਕਿ ਮਹਾਰਾਜ ਨੇ ਚੰਗੇ ਸਮੇਂ ਦੀ ਵੀ ਵਿਆਖਿਆ ਕਰ ਦਿੱਤੀ ਵੀ ਚੰਗਾ ਸਮਾਂ ਕਿਹੜਾ ਹੁੰਦਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਮਾੜਾ ਸਮਾਂ ਵੀ ਚੰਗਾ ਹੋ ਜਾਂਦਾ ਹੈ ਜਦੋਂ ਗੁਰੂ ਦੇ ਦਰ 'ਤੇ ਆਉਂਦਾ ਹੈ। ਗੁਰੂ ਦਾ ਦਰ ਛੱਡ ਕੇ ਜਦੋਂ ਕੋਈ ਸੰਗਤ ਵਿੱਚ ਜਾਂਦਾ, ਚੰਗਾ ਸਮਾਂ ਵੀ ਮਾੜਾ ਹੋ ਜਾਂਦਾ ਹੈ। ਸੋ ਇਹ ਅਦਲ ਬਦਲ ਚੱਲਦਾ ਹੀ ਰਹਿੰਦਾ। ਇਹ ਉਹ ਸਮਰੱਥਾ ਦਾ ਮਾਲਕ ਹੈ, ਉਹਦੀ ਇਹ ਖੇਡ ਹੈ, ਉਹਦੀ ਇਹ ਖੇਡ ਹੈ ਸਾਰੀ। ਅੱਗੇ ਪਾਤਸ਼ਾਹ ਕਿਰਪਾ ਕਰਦੇ ਨੇ, ਮਿਹਰ ਕਰਦੇ ਨੇ। ਤੇ ਦੂਜਾ ਭਾਏ ਜਿਨ੍ਹਾਂ ਦੇ ਮਨਾਂ ਦੇ ਵਿੱਚ ਮਾਇਆ ਦੇ ਪ੍ਰਤੀ ਪਿਆਰ ਹੈ, ਸੋ ਦੂਜਾ ਭਾਏ ਪਰਮਾਤਮਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਵਸਤਾਂ ਦੀ ਭੁੱਖ ਹੈ, ਨਾਮ ਨੂੰ ਛੱਡ ਕੇ ਉਹਨੂੰ ਦੂਜਾ ਭਾਏ। ਪਵ ਹੈ ਗਰਭ ਜੋਨੀ, ਉਹ ਗਰਭ ਜੋਨ ਵਿੱਚ ਜਾਂਦੇ ਨੇ, ਉਹ 84 ਦੇ ਗੇੜ ਵਿੱਚ ਫਸ ਜਾਂਦੇ ਨੇ। ਸਭ ਬਿਰਥਾ ਜਨਮ ਤਿਨ ਜਾਇਬਾ, ਮਨੁੱਖਾ ਜਨਮ ਤਾਂ ਮਿਲਿਆ ਸੀ ਪਰ ਬੰਦਗੀ ਵੱਲ ਨਹੀਂ ਲਾਇਆ, ਨਾਮ ਨਹੀਂ ਮੰਗਿਆ, ਬਾਣੀ ਨਹੀਂ ਮੰਗੀ, ਹੋਰ ਪਦਾਰਥਾਂ ਦੀ ਮੰਗ ਕਰਦਾ ਰਿਹਾ। ਸਹਾਰਾ ਬਾਣੀ ਦਾ ਲੈਂਦਾ ਰਿਹਾ, ਸਹਾਰਾ ਬਾਣੀ ਦਾ ਲੈਂਦਾ ਸੀ, ਮੰਗਦਾ ਮਾਇਆ ਸੀ। ਕਾਰੋਬਾਰ ਮੰਗਿਆ, ਬੱਚਿਆਂ ਦੇ ਸੁੱਖ ਮੰਗ ਲਏ, ਧਨ ਦੌਲਤ ਮੰਗ ਲਈ, ਬਸ ਇਹ ਚੀਜ਼ਾਂ ਸਾਰੀਆਂ ਨੂੰ ਦੂਜਾ ਭਾਏ ਕਹਿ ਦਿੱਤਾ। ਦੂਜਾ ਇਹ ਤਾਂ ਆਟੋਮੈਟਿਕਲੀ ਚੀਜ਼ਾਂ ਆ ਜਾਂਦੀਆਂ ਜਦੋਂ ਇਹ ਬਾਣੀ ਮੰਗ ਲੈਂਦਾ, ਰੱਬ ਨੂੰ ਮੰਗ ਲੈਂਦਾ, ਗੁਰੂ ਨੂੰ ਮੰਗ ਲੈਂਦਾ, ਭਗਤੀ ਮੰਗ ਲੈਂਦਾ। ਸੋ ਸੰਸਾਰਕ ਸੁੱਖ ਤਾਂ ਉਹਦੇ ਪਿੱਛੇ ਆ ਜਾਂਦੇ ਨੇ, ਪਰ ਇਹਦੀ ਸੋਝੀ ਤਾਂ ਗੁਰੂ ਦੇਵੇ ਨਾ। ਜੇ ਤਾਂ ਹੁਣ ਗੁਰੂ ਦੇ ਨਾਲ ਸੰਗਤ ਕਰੇ ਫਿਰ ਤਾਂ ਸੋਝੀ ਪ੍ਰਾਪਤ ਹੋ ਜਾਂਦੀ ਹੈ। ਜੇ ਗੁਰੂ ਦੀ ਸੰਗਤ ਨਹੀਂ, ਬਾਣੀ ਦੀ ਕਦੀ ਵਿਚਾਰ ਹੀ ਨਹੀਂ ਕੀਤੀ, ਗੁਰਮੁਖਾਂ ਦੇ ਵਿੱਚ ਕਦੀ ਬੈਠਾ ਹੀ ਨਹੀਂ, ਅਤੇ ਫਿਰ ਇਹ ਸੋਝੀ ਨਹੀਂ ਪ੍ਰਾਪਤ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨੁੱਖਾ ਜਨਮ ਮਿਲਿਆ ਸੀ 84 ਦੇ ਗੇੜ 'ਚੋਂ ਨਿਕਲਣ ਵਾਸਤੇ, ਪਰ ਇਸਨੇ ਸਾਰਾ ਜਨਮ ਬੇਅਰਥ ਹੀ ਗਵਾ ਲਿਆ। ਹਰ ਦੇਹੁ ਬੇਮਲ ਮਤ, ਗੁਰ ਸਾਧ ਪਗ ਸੇਵੈ। ਹਰ ਹਮ ਮੀਠ ਲਗਾਇਬਾ, ਹਮ ਹਰ ਮੀਠ ਲਗਾਇਬਾ। ਬੇਮਲ, ਬੇਮਲ ਹੁੰਦਾ ਮੈਲ ਤੋਂ ਰਹਿਤ। ਇਹ ਹਰੀ
ਹੈ ਨਾ। ਮੈਨੂੰ ਮੱਤ ਦਿਓ, ਮੈਨੂੰ ਮੱਤ ਦਿਓ। ਬੇਮਲ ਮੱਤ ਤਾਂ ਇੱਕੋ ਹੀ ਹੈ, ਉਹ ਗੁਰੂ ਦੀ ਹੈ। ਬਾਕੀ ਜਿਹੜੀਆਂ ਮੱਤਾਂ ਨੇ, ਹੋਰ ਜਿਹੜੇ ਮੱਤ ਨੇ, ਉਹ ਸਾਰੇ ਮੈਲ ਵਾਲੇ ਹੀ ਹੈ। ਗੁਰੂ ਦੀ ਮੱਤ ਉਹ ਬੇਮਲ ਮੱਤ ਹੈ, ਉਹਨੂੰ ਮੈਲ ਨਹੀਂ ਹੈ, ਉਹਨੂੰ ਮੈਲ ਲੱਗ ਹੀ ਨਹੀਂ ਸਕਦੀ ਹੈ। ਪਰ ਕਿ ਮੈਲ ਵਾਲਾ ਗੁਰੂ ਦੀ ਮੱਤ ਨੂੰ ਧਾਰਨ ਕਰ ਲੈਂਦਾ ਹੈ ਅਤੇ ਉਸ ਦੀ ਮੱਤ ਨੂੰ ਵੀ ਗੁਰੂ ਦੀ ਮੱਤ ਧੋ ਦਿੰਦੀ ਹੈ। ਗੁਰੂ ਦੀ ਮੱਤ ਧੋਂਦੀ, ਗੁਰੂ ਦੀ ਮੱਤ ਤੋਂ ਬਿਨਾਂ ਸਾਡੀ ਮੱਤ ਧੋਤੀ ਨਹੀਂ ਜਾ ਸਕਦੀ ਹੈ। ਸੋ ਹੇ ਪ੍ਰਭੂ, ਹੇ ਮੇਰੇ ਸਤਿਗੁਰਾ, ਆਪਣੀ ਮੱਤ ਮੈਨੂੰ ਦਿਓ। ਹਰ ਦੇਹੋ ਬੇਮਲ ਮੱਤ, ਗੁਰ ਸਾਧ ਪੱਗ ਸੇਵ ਹੈ। ਹਰੀ ਕਹਿੰਦਾ ਵੀ ਮਿਲ ਜਾਣੀ ਮੱਤ ਕੀ, ਤੂੰ ਗੁਰ ਸਾਧ ਪੱਗ ਸੇਵ ਹੈ। ਜਿਹੜੇ ਗੁਰੂ ਦੇ ਸਾਧ ਨੇ ਉਹਨਾਂ ਦੇ ਪੈਰਾਂ ਦੀ ਸੇਵਾ ਕਰ, ਉਹਨਾਂ ਦੇ ਚਰਨਾਂ ਦੀ ਸੇਵਾ ਕਰ। ਭਾਵ ਸਾਧ ਸੰਗਤ ਵਿੱਚ ਨਿਮਰਤਾ ਦੇ ਵਿੱਚ ਰਹਿਣਾ, ਸਾਧ ਸੰਗਤ ਦੀ ਸੇਵਾ ਕਰਨੀ। ਸਾਧ ਸੰਗਤ ਦੀ ਸੇਵਾ, ਕਈ ਪ੍ਰਕਾਰ ਦੀ ਸੇਵਾ ਸਾਧ ਸੰਗਤ ਦੀ। ਸੋ ਜਦੋਂ ਗੁਰੂ ਦੀ ਸੰਗਤ ਜਿਹੜੀ ਹੈ ਉਹਦੀ ਇਹ ਸੇਵਾ ਕਰਦਾ ਹੈ, ਫਿਰ ਹਰੀ ਪ੍ਰਮਾਤਮਾ ਪਰਮੇਸ਼ਰ ਉਸਨੂੰ ਉਹ ਮੱਤ ਦਿੰਦਾ ਹੈ, ਉਹਨੂੰ ਫੇਰ ਹੀ ਮੱਤ ਆਉਂਦੀ ਹੈ। ਜਿੰਨਾ ਚਿਕਰ ਇਹ ਸੇਵਾ ਨਹੀਂ ਕਰਦਾ ਤਾਂ ਉਹਨੂੰ ਮੱਤ ਹੰਕਾਰ ਵਾਲੀ ਹੈ, ਉਹਨਾਂ ਚਿਕਰ ਤਾਂ ਮੱਤ ਹੰਕਾਰ ਵਾਲੀ ਹੈ। ਆਪਣੇ ਨਾਂ ਦਾ, ਅਹੁਦੇ ਦਾ, ਗੁਣਾਂ ਦਾ ਅਹੰਕਾਰ ਹੈ, ਜਾਤੀ ਦਾ ਅਹੰਕਾਰ ਹੈ। ਅਤੇ ਜਦੋਂ ਸੇਵਾ ਵਿੱਚ ਲੱਗ ਜਾਂਦਾ, ਹੰਕਾਰ ਸਾਰਾ ਧੋਤਾ ਜਾਂਦਾ। ਜਦੋਂ ਹੰਕਾਰ ਵਾਲੀ ਮੱਤ, ਹਉਮੈ ਵਾਲੀ ਮੱਤ ਧੋਤੀ ਗਈ, ਫਿਰ ਗੁਰੂ ਦੀ ਮੱਤ ਦੀ ਰੰਗਤ ਚੜ੍ਹ ਜਾਂਦੀ ਹੈ। ਸੋ ਹਰ ਦੇਹੋ ਬੇਮਲ ਮੱਤ। ਹੁਣ ਸਵੱਛ ਨਿਰਮਲ ਮੱਤ ਤਾਂ ਉਹੀਓ ਮੰਗੇਗਾ ਜਿਹਨੂੰ ਇਹ ਗਿਆਨ ਹੋ ਜਾਊ ਕਿ ਮੇਰੀ ਮੱਤ ਜਿਹੜੀ ਆ ਉਹ ਮੈਲ ਵਾਲੀ ਹੈ, ਮੇਰੀ ਮੱਤ ਨੂੰ ਮੈਲ ਲੱਗ ਗਈ ਹੈ, ਉਹੀ ਮੰਗੂਗਾ। ਪਤਾ ਹੀ ਨਹੀਂ ਲੱਗਦਾ ਪਹਿਲਾਂ ਤਾਂ ਆਪਣੀ ਮੱਤ ਨੂੰ। ਹਰ ਕੋਈ ਚੰਗਾ ਆਖਦਾ, ਸਭ ਕੋ ਆਖੈ ਬਹੁਤ ਬਹੁਤ, ਸੋ ਘੱਟ ਨਾ ਕੋਈ ਕਹਾਇਂਦਾ। ਆਪਸ ਕੋ ਦੀਰਘ ਕਰ ਮੰਨੈ, ਔਰ ਉनको ਲਗ ਮਾਤ। ਆਪਣੀ ਮੱਤ ਨੂੰ ਤਾਂ ਵੱਡਾ ਹੀ ਮੰਨਦਾ ਹੈ, ਬਾਕੀਆਂ ਨੂੰ ਤਾਂ ਲਗਾ ਮੱਤ ਨਾਲ ਸਿਹਾਰੀਆਂ ਬਿਹਾਰੀਆਂ ਹੀ ਸਮਝਦਾ। ਅੱਖਰ ਤਾਂ ਆਪਣੀ ਮੱਤ ਦੇ ਮੰਨਦਾ ਵੀ ਮੇਰੀ ਵਰਗੀ ਮੱਤ ਹੀ ਨਹੀਂ ਕਿਸੇ ਦੀ। ਉੱਥੇ ਹੰਕਾਰ ਹੁੰਦਾ ਹੈ, ਉੱਥੇ ਹੰਕਾਰ ਹੈ। ਜਦੋਂ ਕਹਿੰਦਾ ਮੇਰੀ ਮੱਤ ਥੋੜ੍ਹੀ ਰਾਮ, ਗੁਰੂ ਨੂੰ ਜਦੋਂ ਕਹਿੰਦਾ ਨਾ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ, ਇਹਦੇ ਮਤਲਬ ਹੰਕਾਰ ਵਾਲੀ ਜਿਹੜੀ ਮੱਤ ਸੀ ਉਹ ਧੋਤੀ ਗਈ। ਜਦੋਂ ਹੰਕਾਰ ਦੀ ਮੱਤ ਧੋਤੀ ਜਾਂਦੀ, ਫਿਰ ਸਤਿਗੁਰੂ ਜੀ ਫਿਰ ਹਰੀ ਕਿਰਪਾ ਕਰਦਾ, ਪੂਰੇ ਗੁਰੂ ਦੇ ਨਾਲ ਇਹਦਾ ਮੇਲ ਕਰਾ ਦਿੰਦਾ ਹੈ ਅਤੇ ਪੂਰੇ ਗੁਰੂ ਦੀ ਇਹ ਸੇਵਾ ਦੇ ਵਿੱਚ ਲੱਗਦਾ। ਪੱਗ ਸੇਵ ਹੈ, ਜਦੋਂ ਸੇਵਾ 'ਚ ਲੱਗਦਾ। ਹਮ ਹਰ ਮੀਠ ਲਗਾਏ ਵਾ। ਜਿੰਨਾ ਚਿਕਰ ਗੁਰੂ ਦੀ ਸੇਵਾ ਦੇ ਵਿੱਚ ਨਹੀਂ ਲੱਗਦਾ ਹੈ, ਉਨਾ ਚਿਕਰ ਹਰੀ ਮਿੱਠਾ ਨਹੀਂ ਲੱਗਦਾ, ਬਾਣੀ ਨਹੀਂ ਮਿੱਠੀ ਲੱਗਦੀ ਹੈ। ਸੋ ਇਹੋ ਹੀ ਇੱਕ ਫੇਰ ਸਾਧਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਵੱਡੇ ਵੱਡੇ ਵੀ ਜਿਹੜੇ ਹੰਕਾਰੀ ਹੁੰਦੇ ਨੇ, ਉਹਨਾਂ ਨੂੰ ਵੀ ਸੇਵਾ ਦੇ ਵਿੱਚ ਹੀ ਕੱਢ ਕੇ ਨਾ ਬੰਦਗੀ ਵਿੱਚ ਲਾ ਦਿੰਦਾ। ਸੇਵਾ ਇੱਕ ਸੋ ਐਸਾ ਸਾਧਨ ਹੈ। ਜਨ ਨਾਨਕ ਰੇਣ ਸਾਧ ਪੱਗ ਮੰਗ, ਹਰ ਹੋਏ ਦਇਆਲ ਦਿਵਾਏ ਬਾ। ਸਤਿਗੁਰੂ ਜੀ ਕਹਿ ਰਹੇ ਨੇ, ਨਾਨਕ ਸਤਿਗੁਰੂ ਜੀ ਕਹਿ ਰਹੇ ਨੇ। ਹੁਣ ਜਿੰਨਾ ਜ਼ਿਕਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾਦਾਰ ਬਣ ਕੇ ਸੇਵਾ ਕੀਤੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ, ਅਤੇ ਰੇਣ ਬਣ ਕੇ ਕੀਤੀ, ਧੂੜੀ ਬਣ ਕੇ ਕੀਤੀ ਹੈ, ਨਿਮਰਤਾ ਦੇ ਵਿੱਚ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਾਮਾਦ ਸੀ ਸ਼੍ਰੀ ਗੁਰੂ ਰਾਮਦਾਸ ਜੀ, ਪਰ ਮਨ ਵਿੱਚ ਕਦੀ ਇਹ ਹੰਕਾਰ ਨਹੀਂ ਸੀ ਆਇਆ। ਮਿੱਟੀ ਦੀ ਸੇਵਾ ਕਰਨੀ, ਪਸ਼ੂਆਂ ਦੇ ਵਿੱਚ ਵੀ ਸੇਵਾ ਕਰਨੀ, ਸੰਗਤਾਂ ਨੂੰ ਲੰਗਰ ਛਕਾਉਣਾ, ਝਾੜੂ ਬਹਾਰੂ ਕਰਨਾ, ਮਾਣ ਤਿਆਗ ਕੇ ਸੇਵਾ ਕੀਤੀ। ਮਨ ਤੂੰ ਮਤ ਮਾਣ ਕਰੇ ਕਿ ਹਾਂ ਕੁਛ ਜਾਣਤਾ। ਸੋਝੀ ਵੀ ਪੈ ਗਈ, ਫੇਰ ਵੀ ਮਾਣ ਨਹੀਂ ਕੀਤਾ। ਸਤਿਗੁਰਾਂ ਨੇ ਹਰ ਇੱਕ ਪ੍ਰਕਾਰ ਦੀ, ਹਰ ਇੱਕ ਵਿੱਦਿਆ ਦੀ ਉਹਨਾਂ ਨੂੰ ਸੋਝੀ ਦੇ ਦਿੱਤੀ ਸੀ, ਪਰ ਮਾਣ ਨਹੀਂ ਇਹਨਾਂ ਨੇ ਕੀਤਾ ਗੁਰੂ ਰਾਮਦਾਸ ਜੀ ਨੂੰ। ਗੁਰਤਾ ਗੱਦੀ 'ਤੇ ਬੈਠ ਕੇ ਹੁਣ ਉਪਦੇਸ਼ ਦੇ ਰਹੇ ਨੇ ਨਾਨਕ ਪਦ। ਨਾਨਕ ਵੀ ਗੁਰੂ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਕਹਿ ਰਹੇ ਨੇ, ਕਹਿੰਦੇ ਜੇ ਕੁਛ ਪ੍ਰਾਪਤ ਕਰਨਾ ਤਾਂ ਜਨ ਬਣ ਜਾਓ। ਜਨ, ਸੇਵਾਦਾਰ, ਸੇਵਕ, ਜਨ ਬਣ ਜਾਣਾ। ਫਿਰ ਜਨ ਬਣ ਕੇ ਰੇਣ ਸਾਧ ਪੱਗ ਮੰਗੈ, ਫਿਰ ਗੁਰੂ ਪਾਸੋਂ ਸਾਧ ਸੰਗਤ ਦੀ ਚਰਨ ਧੂੜੀ ਮੰਗੋ।
ਰੇਣ ਸਾਧ ਪੱਗ, ਗੁਰੂ ਦੀ ਚਰਨ ਧੂੜ ਜਿਹੜੀ ਹੈ, ਸਾਧ ਸੰਗਤ ਦੀ ਚਰਨ ਧੂੜ ਨਿਮਰਤਾ ਹੋ ਗਈ। ਜਦੋਂ ਗੁਰੂ ਦੀ ਚਰਨ ਧੂੜ ਮੰਗੀ ਦੀ ਨਾ, ਗੁਰੂ ਦੀ ਚਰਨ, ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਧੂੜ ਕੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਧੂੜ ਬ੍ਰਹਮ ਗਿਆਨ ਹੈ, ਗੁਰੂ ਦਾ ਗਿਆਨ ਹੈ। ਇਹ ਧੂੜੀ ਜਿਹੜੀ ਹੈ ਮੱਥੇ ਨੂੰ ਲੱਗਦੀ ਹੈ, ਧੂੜੀ ਗੁਰੂ ਦੀ ਜਿਹੜੀ ਹੈ ਮੱਥੇ ਨੂੰ ਲੱਗਦੀ ਹੈ। ਸੁਭਾਵ ਸਾਡੀ ਮੱਤ ਜਿਹੜੀ ਹੰਕਾਰ ਵਾਲੀ ਹੁੰਦੀ ਹੈ ਨਾ, ਸੋ ਉਹਨੂੰ ਲੱਗਦੀ, ਫਿਰ ਉਹਦਾ ਸਫਾਇਆ ਕਰ ਦਿੰਦੀ ਜਿਹੜੀ ਇਹ ਸਤਿਗੁਰੂ ਜੀ ਦੀ ਰੇਣ ਹੈ। ਸੋ ਕਿਰਪਾ ਕਰੋ ਜਨ ਬਣ ਕੇ ਨਾ ਫਿਰ ਗੁਰੂ ਕੋ ਬ੍ਰਹਮ ਗਿਆਨ ਦੀ ਦਾਤ ਮੰਗੇ, ਗੁਰਬਾਣੀ ਦਾ ਗਿਆਨ ਪ੍ਰਾਪਤ ਹੋਵੇ। ਅਤੇ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਣ ਕੇ ਦਿੰਦੇ ਨੇ। ਜੇ ਕਹੀਏ ਵੀ ਗੁਰਬਾਣੀ ਦੀ ਸੋਝੀ ਮੈਂ ਆਪਣੀ ਮਿਹਨਤ ਦੇ ਨਾਲ ਪ੍ਰਾਪਤ ਕਰ ਸਕਦਾ, ਗੁਰਬਾਣੀ ਦੇ ਅੱਖਰ ਨੇ, ਗੁਰਮੁਖੀ ਅੱਖਰ ਨੇ, ਸਿਹਾਰੀਆਂ ਬਿਹਾਰੀਆਂ ਗ੍ਰੈਮਰ ਦੀ ਸੋਝੀ ਆ ਜੀ, ਤਾਂ ਗੁਰਬਾਣੀ ਦੇ ਅਰਥ ਸਮਝ ਲੱਗ ਜਾਣਗੇ। ਸੋ ਇਹ ਵਿਦਵਤਾ ਦੇ ਅਧੀਨ ਨਹੀਂ ਹੈ, ਬ੍ਰਹਮ ਗਿਆਨ ਵਿਦਵਤਾ ਦੇ ਅਧੀਨ ਨਹੀਂ ਹੈ। ਇਹ ਤਾਂ ਉਹਨੂੰ ਗਿਆਨ ਹੁੰਦਾ ਜਿਹੜਾ ਪੜ੍ਹਿਆ ਅਨਪੜ੍ਹਿਆ ਹੁੰਦਾ। ਜੋ ਕੁਝ ਨੇ ਪੜ੍ਹਿਆ ਹੋਇਆ ਨਾ ਉਹ ਅਨਪੜ੍ਹਿਆ ਕਰ ਦੇਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਜਿੰਨਾ ਚਿਰ ਪੜ੍ਹਿਆ ਲਿਖਿਆ ਹੋ ਕੇ ਅਨਪੜ੍ਹਿਆ ਨਹੀਂ ਬਣਦਾ, ਮੈਨੂੰ ਨਹੀਂ ਆਉਂਦਾ ਕੁਛ, ਉਹਨਾਂ ਚਿਰ ਬ੍ਰਹਮ ਦੀ ਦਾਤ ਨਹੀਂ ਮਿਲਦੀ ਹੈ। ਜੇ ਕਹਿੰਦਾ ਮੈਂ ਕੁਛ ਜਾਣਦਾ, ਕੁਝ ਪੱਲੇ ਨਹੀਂ ਪੈਂਦਾ। ਸੋ ਜਦੋਂ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਆਪਣੀ ਬਾਣੀ ਦੀ ਸੋਝੀ ਦਿਓ, ਮੈਨੂੰ ਸਮਝ ਦਿਓ, ਫਿਰ ਸਤਿਗੁਰੂ ਦਇਆ ਦੇ ਘਰ ਵਿੱਚ ਆਣ ਕੇ ਦਿਵਾਏ ਵਾਹ ਸ਼ਬਦ ਲਿਖਿਆ, ਦਿਵਾਏ ਵਾਹ, ਦਿਵਾਉਂਦੇ ਨੇ ਕਿਹਦੇ ਤੋਂ? ਪਰਮੇਸ਼ਰ ਪਾਸੋਂ। ਹਾਲਾਂਕਿ ਸਤਿਗੁਰੂ ਆਪ ਖਜ਼ਾਨਿਆਂ ਦੇ ਮਾਲਕ ਨੇ, ਬ੍ਰਹਮ ਵਿਦਿਆ ਦੇ ਦਾਤੇ ਨੇ, ਬ੍ਰਹਮ ਵਿਦਿਆ ਵੰਡਦੇ ਨੇ, ਪਰ ਦਿਵਾਏ ਵਾਹ ਲਿਖਿਆ, ਇਹਦਾ ਦਿਵਾਉਂਦੇ ਨੇ ਕਿਤੋਂ? ਪਾਰ ਬ੍ਰਹਮ ਪਰਮੇਸ਼ਰ ਤੋਂ। ਗੁਰੂ ਦੇ ਜ਼ਰੀਏ ਹੀ ਬ੍ਰਹਮ ਵਿਦਿਆ ਦੀ ਦਾਤ ਮਿਲਦੀ ਹੈ। ਇਹ ਹੈ ਪਰਮੇਸ਼ਰ ਦੀ ਆਪਣੀ ਦਾਤ, ਪਰਮੇਸ਼ਰ ਦਾ ਆਪਣਾ ਗਿਆਨ ਹੈ, ਅਕਥਕਤਾ। ਸੋ ਪਰਮੇਸ਼ਰ ਦਾ ਆਪਣਾ ਗਿਆਨ, ਉਹਦੀ ਸੋਝੀ, ਰੱਬ ਦੀ ਸੋਝੀ, ਬ੍ਰਹਮ ਦੀ ਸੋਝੀ। ਸੋ ਇਹ ਜਿਹੜਾ ਗਿਆਨ ਹੈ ਇਹ ਪਰਮੇਸ਼ਰ ਦਾ ਆਪਣਾ ਗਿਆਨ ਹੈ ਅਤੇ ਗੁਰੂ ਦਿੰਦਾ। ਅਤੇ ਇੱਥੇ ਲਿਖਿਆ ਦਿਵਾਏ ਵਾਹ, ਗੁਰੂ ਦਵਾ ਦਿੰਦਾ। ਇਸੇ ਤਰ੍ਹਾਂ ਸਿੱਖ ਨੇ, ਜਦੋਂ ਸਿੱਖ ਨੂੰ ਮਿਲਦਾ, ਕੋਈ ਬ੍ਰਹਮ ਵੇਤਾ ਮਿਲ ਜਾਵੇ ਜਿਹਦੇ ਕੋਲ ਬ੍ਰਹਮ ਵਿਦਿਆ, ਸੋ ਬ੍ਰਹਮ ਵੇਤਾ ਕੋਈ ਮਿਲ ਜਾਵੇ ਅਤੇ ਉਹ ਫਿਰ ਸਿੱਖ ਨੂੰ ਗੁਰੂ ਪਾਸੋਂ ਦਬਾਉਂਦਾ। ਇਹ ਥੋੜ੍ਹੀ ਕਹਿੰਦਾ ਵੀ ਹਾਂ ਵੀ ਤੈਨੂੰ ਮੈਂ ਸੋਝੀ ਦਿੰਦਾ। ਬ੍ਰਹਮ ਵਿਦਿਆ ਪੜ੍ਹਾਉਣ, ਜਿਹੜੇ ਬ੍ਰਹਮ ਵਿਦਿਆ ਪੜ੍ਹਾਉਣੇ ਵਾਲੇ, ਗੁਰਬਾਣੀ ਸਿਖਾਲਣੇ ਵਾਲੇ ਨੇ ਸਹੀ ਮਾਇਨਿਆਂ ਵਿੱਚ, ਸੋ ਇਹ ਕਹਿਣਗੇ ਵੀ ਗੁਰੂ ਨੇ ਸਿਖਾਲਣੀ ਹੈ, ਗੁਰੂ ਸਿਖਾਉਂਦਾ ਹੈ। ਮੈਂ ਜਿਹੜੀਆਂ ਆ ਗੁਰੂ ਸਿਖਾਉਂਦਾ, ਗੁਰੂ ਹੀ ਮੱਤ ਦਿੰਦਾ। ਸਧਾਰਨ ਮੱਤ ਦੇ ਨਾਲ ਬ੍ਰਹਮ ਵਿਦਿਆ ਨਹੀਂ ਸਿੱਖੀ ਜਾਂਦੀ, ਸੰਸਾਰਕ ਮੱਤ ਦੇ ਨਾਲ ਬ੍ਰਹਮ ਵਿਦਿਆ ਨਹੀਂ ਸਿੱਖੀ ਜਾਂਦੀ। ਸੋ ਜਦੋਂ ਫਲਦਾਰ ਰੁੱਖ ਲਾਉਣਾ ਹੋਵੇ ਤਾਂ ਧਰਤੀ ਵੀ ਉਹੋ ਜਿਹੀ ਚਾਹੀਦੀ ਹੈ। ਆਹ ਜਿਹੜੀ ਮਾਰੂ ਸਥਲ ਧਰਤੀ ਹੈ ਰੇਤਲੀ, ਉਹਦੇ ਵਿੱਚ ਫਲਦਾਰ ਰੁੱਖ ਕਿੱਥੋਂ ਲੈ ਲੂੰਗਾ? ਸੇਬ ਲਾ ਲੂੰਗਾ ਉਹਦੇ ਵਿੱਚ? ਨਹੀਂ ਲੱਗ ਸਕਦੇ ਹੈ। ਸੋ ਭਾਈ ਜਦੋਂ ਬ੍ਰਹਮ ਵਿਦਿਆ ਲੈਣੀ ਤਾਂ ਮੱਤ ਵੀ ਉਹੋ ਜਿਹੀ ਚਾਹੀਦੀ ਹੈ। ਸੋ ਮੱਤ ਜਿੰਨੀ ਨਿਮਰਤਾ ਵਾਲੀ, ਸੋ ਜਿੰਨਾ ਮਨ ਨਿਮਰਤਾ ਦੇ ਵਿੱਚ ਆਵੇਗਾ ਉੱਦਾਂ ਦੀ ਮੱਤ ਵਧੀਆ ਬਣੇਗੀ। ਫਿਰ ਉਹਦੇ ਨਾਲ ਬ੍ਰਹਮ ਵਿਦਿਆ ਸਤਿਗੁਰੂ ਸੱਚੇ ਪਾਤਸ਼ਾਹ ਦੀ ਦਾਤ ਬਖਸ਼ਿਸ਼ ਕਰਦੇ ਨੇ। ਗੁਰੂ ਨੇ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਮਿਹਰ ਕਰੇ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦ ਤਾਂ ਗਾਵੋ ਹਰੀ ਖੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋਖਿਓ ਮਨ ਵਿਸਾਰੀ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਕਰਦਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇਂ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ।
ਸਾਚ ਨਾਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰਿ ਸ਼ਾਂਤ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ, ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਚ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤਿਰ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈਸ ਕਹੋਆ, ਤਿਤ ਕਰ ਅਨਹਦ ਵਾਜੇ। ਹਨੁ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਦੇ। ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ। ਵਾਹਿਗੁਰੂ। ਚੜ੍ਹਦੀ ਕਲਾ ਤੇਰੇ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਆਗਿਆ ਹੋਈ ਅਕਾਲ ਕੀ, ਤਵੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇਹ, ਉਹ ਸ਼ਬਦ ਮਹਿਲੇ।
ਨਾ ਕੀ ਰਹੇ ਨਾ ਕੋਏ, ਬੱਚੇ ਸ਼ਰਨ ਜੋ ਹੋਏ, ਚੜੇ ਸੋ ਉਤਰੇ ਪਾਰ, ਗੁਰ ਪਾਰ ਉਤਾਰਨ ਹਾਰ, ਕਲਗੀ ਸੋ ਹੈ ਸੀਸ, ਔਰ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਠੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਜੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ, ਸਾਨਕ ਸਨੰਦ ਮਹੇਸ਼ ਸਮਾਨਾ। ਸੇਖ ਨਾਗ ਤੇਰੋ ਮਰਮ ਨ ਜਾਨਾ, ਸਾਨਕ ਸਨੰਦ ਮਹੇਸ਼ ਸਮਾਨਾ। ਸੇਖ ਨਾਗ ਤੇਰੋ ਮਰਮ ਨ ਜਾਨਾ, ਸੰਤ ਸੰਗਤ ਰਾਮ ਹਿਰਦੈ ਵਸਾਈ। ਰਹਾਉ ਹਨੂਮਾਨ ਸਰ ਗਰੁੜ ਸੁਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾਪਤ ਕਬਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।